ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ। ਪਿਆਰੇ ਬੱਚਿਓ, ਅੱਜ ਅਸੀਂ ਕਿਰਿਆ ਅਤੇ ਉਸ ਦੀਆਂ ਕਿਸਮਾਂ ਬਾਰੇ ਪੜ੍ਹਾਂਗੇ। ਕੱਲ੍ਹ ਵਾਲੀ ਵੀਡੀਓ ਦੇ ਵਿੱਚ ਅਸੀਂ ਵਿਸ਼ੇਸ਼ਣ ਅਤੇ ਉਸ ਦੀਆਂ ਕਿਸਮਾਂ ਬਾਰੇ ਦੇਖਿਆ ਸੀ। ਜੇਕਰ ਤੁਸੀਂ ਵਿਸ਼ੇਸ਼ਣ ਵਾਲੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਦਿੱਤਾ ਹੋਇਆ ਹੈ, ਉੱਥੇ ਵਿਜ਼ਿਟ ਕਰਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ। ਅਤੇ ਨਾਲ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਇਸੇ ਚੈਨਲ ਦੇ ਉੱਪਰ ਤੁਹਾਨੂੰ ਸਮਾਜਿਕ ਸਿੱਖਿਆ ਦੀਆਂ ਵੀਡੀਓਜ਼ ਵੀ ਅਵੇਲੇਬਲ ਨੇ। ਚੈਨਲ ਦੇ ਉੱਪਰ ਵਿਜ਼ਿਟ ਕਰਕੇ ਤੁਸੀਂ ਉਹ ਸਾਰੀਆਂ ਵੀਡੀਓਜ਼ ਨੂੰ ਅਵੇਲ ਕਰ ਸਕਦੇ ਹੋ। ਅੱਜ ਦੇਖਦੇ ਹਾਂ ਕਿਰਿਆ। ਕਿਰਿਆ ਕੀ ਹੁੰਦੀ ਹੈ, ਇਸ ਦੀ ਪਰਿਭਾਸ਼ਾ ਅਤੇ ਕਿਸਮਾਂ। ਇਸ ਸ਼੍ਰੇਣੀ ਵਿੱਚ ਉਹ ਸ਼ਬਦ ਰੱਖੇ ਜਾਂਦੇ ਹਨ ਜਿਨ੍ਹਾਂ ਤੋਂ ਕਿਸੇ ਕਾਰਜੀ ਸਥਿਤੀ ਦੀ ਸੂਚਨਾ ਮਿਲਦੀ ਹੈ। ਇਸ ਦ੍ਰਿਸ਼ਟੀ ਤੋਂ ਇਹ ਕਿਰਿਆ ਸ਼ਬਦ ਵਾਕ ਵਿੱਚ ਵਿਧੇਯ ਦੇ ਅਹਿਮ ਹਿੱਸੇ ਵਜੋਂ ਵਿਚਰਦੇ ਹਨ। ਸੰਖੇਪ ਰੂਪ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਸੌਖੇ ਸ਼ਬਦਾਂ ਵਿੱਚ ਕਿ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਉਸਨੂੰ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਖਾ, ਪੀ, ਲਿਖ, ਖੇਡਦੀ, ਪੜ੍ਹਦੀ ਆਦਿ। ਪੰਜਾਬੀ ਭਾਸ਼ਾ ਵਿੱਚ ਵਾਕ ਬਣਤਰ ਵਿੱਚ ਆਮ ਤੌਰ 'ਤੇ ਕਿਰਿਆ ਵਾਕ ਦੇ ਅੰਤ ਵਿੱਚ ਵਿਚਰਦੀ ਹੈ। ਕਿਰਿਆ ਦੀ ਵੰਡ ਵੈਸੇ 4 ਤਰ੍ਹਾਂ ਨਾਲ ਅਸੀਂ ਕਰ ਸਕਦੇ ਹਾਂ। ਪਹਿਲਾਂ ਆਪਾਂ ਪਹਿਲੀ ਪ੍ਰਕਾਰ ਦੀ ਵੰਡ ਹੀ ਦੇਖਾਂਗੇ ਜੋ ਆਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ। ਬਾਕੀ ਵੀ ਦੇਖਾਂਗੇ। ਜਿਹੜੇ ਬੱਚੇ ਕੰਪੀਟੀਟਿਵ ਐਗਜ਼ਾਮਸ ਦੇ ਲਈ ਤਿਆਰੀ ਕਰ ਰਹੇ ਆ ਤਾਂ ਉਹਨਾਂ ਨੂੰ ਜਿਹੜੇ ਹੈਗਾ ਸਾਰਾ ਡਿਟੇਲ ਦੇ ਵਿੱਚ ਦੇਖਣਾ ਪਏਗਾ, ਕਿਉਂਕਿ ਜਿਹੜੇ ਮਾਸਟਰ ਕਾਡਰ ਵਾਲੇ ਬੱਚੇ ਹੈਗੇ ਆ ਉਹਨਾਂ ਦੇ ਪੇਪਰ ਦਾ ਡਿਫਿਕਲਟੀ ਲੈਵਲ ਹੈ ਜੋ ਗ੍ਰੈਜੂਏਸ਼ਨ ਰਹਿਣ ਵਾਲਾ ਹੈ। ਸੋ ਮੇਰੀ ਉਹਨਾਂ ਨੂੰ ਐਡਵਾਈਸ ਹੈ ਕਿ ਥੋੜ੍ਹਾ ਇਹਨਾਂ ਚੀਜ਼ਾਂ ਨੂੰ ਡੀਪਲੀ ਦੇਖ ਲਿਆ ਕਰੋ, ਕਿਉਂਕਿ ਐਗਜ਼ਾਮੀਨਰ ਥੋੜ੍ਹਾ ਕੁਐਸਚਨ ਤੁਹਾਨੂੰ ਮੋਲਡ ਕਰਕੇ ਪਾ ਸਕਦਾ ਹੈ। ਤਾਂ ਤੁਸੀਂ ਦੂਜੀ, ਤੀਜੀ ਅਤੇ ਚੌਥੀ ਪ੍ਰਕਾਰ ਦੀ ਵੰਡ ਕਵਿਤਾ ਦੀ ਜੋ ਮੈਂ ਤੁਹਾਨੂੰ ਕਰਵਾਵਾਂਗੀ ਉਸਨੂੰ ਅੱਛੀ ਤਰ੍ਹਾਂ ਦੇਖ ਲੈਣਾ। ਅਤੇ ਜਿਹੜੇ ਮੇਰੇ ਵਿਦਿਆਰਥੀ 9ਵੀਂ 10ਵੀਂ ਵਾਲੇ ਹੈ ਉਹਨਾਂ ਦੇ ਲਈ ਇੰਨਾ ਹੀ ਐਨਫ ਹੈ ਕਿ ਉਹ ਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਨੂੰ ਹੀ ਸਮਝ ਲੈਣ ਤਾਂ ਐਨਫ ਹੋਏਗਾ ਉਹਨਾਂ ਲਈ। ਪਹਿਲੀ ਪ੍ਰਕਾਰ ਦੀ ਵੰਡ ਦੇ ਵਿੱਚ ਹੈ ਅਕਰਮਕ ਕਿਰਿਆ। ਅਕਰਮਕ ਸ਼ਬਦ ਦਾ ਅਰਥ ਹੈ ਬਿਨਾਂ ਕਰਮ ਤੋਂ। ਜੇਕਰ ਵਾਕ ਵਿੱਚ ਜਿਸ ਕਿਰਿਆ ਦਾ ਕਰਮ ਨਾ ਹੋਵੇ ਅਰਥਾਤ ਕਿਰਿਆ ਦਾ ਪ੍ਰਭਾਵ ਕੇਵਲ ਕਰਤਾ ਤੱਕ ਹੀ ਰਹੇ ਤਾਂ ਉਸਨੂੰ ਅਸੀਂ ਅਕਰਮਕ ਕਿਰਿਆ ਕਹਿੰਦੇ ਹਾਂ। ਉਦਾਹਰਣ ਦੇਖੋ, ਬਾਲ ਹੱਸਦਾ ਹੈ, ਪੰਛੀ ਉੱਡਦਾ ਹੈ, ਮੀਂਹ ਵਰਦਾ ਹੈ, ਮੱਝਾਂ ਨਹਾਉਂਦੀਆਂ ਹਨ। ਇਹਨਾਂ ਵਾਕਾਂ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਜੋ ਕਿਰਿਆ ਹੋ ਰਹੀ ਹੈ, ਕਿਰਿਆ ਇਹਦੇ ਵਿੱਚ ਕੀ ਹੋ ਰਹੀ ਹੈ। ਪਹਿਲੇ ਵਾਕ ਦੇ ਵਿੱਚ ਬਾਲ ਹੱਸਦਾ ਹੈ, ਕਿਰਿਆ ਕਿਹੜੀ ਹੈ ਇਹਦੇ ਵਿੱਚ? ਹੱਸਦਾ ਹੈ। ਦੂਜਾ ਵਾਕ ਹੈ ਪੰਛੀ ਉੱਡਦਾ ਹੈ, ਇਸ ਦੇ ਵਿੱਚ ਕਿਰਿਆ ਕਿਹੜੀ ਹੈ? ਉੱਡਦਾ ਹੈ। ਤਾਂ ਅਕਰਮਕ ਕਿਰਿਆ ਦੀ ਪਛਾਣ ਇਹ ਹੁੰਦੀ ਹੈ ਕਿ ਇਸ ਦੀ ਕਿਰਿਆ ਤੋਂ ਜੇ ਅਸੀਂ ਕੀ ਲਾ ਕੇ ਪ੍ਰਸ਼ਨ ਪੁੱਛੀਏ ਤਾਂ ਉਸਦਾ ਕੋਈ ਉੱਤਰ ਨਹੀਂ ਨਿਕਲਦਾ। ਜਿਵੇਂ ਮੈਂ ਤੁਹਾਨੂੰ ਪੁੱਛਾਂ ਕਿ ਬਾਲ ਕੀ ਹੱਸਦਾ ਹੈ, ਕੀ ਹੱਸਦਾ ਹੈ ਬਾਲ, ਕਿਉਂਕਿ ਉਹਦੇ ਕੋਲ ਕੋਈ ਕਰਮ ਨਹੀਂ ਹੈਗਾ। ਉਹ ਸਿਰਫ ਬਾਲ ਹੈ ਜਿਹੜਾ ਹੱਸ ਰਿਹਾ, ਸੈਲਫ ਬਸ ਆਪਣੇ ਆਪ ਹੱਸ ਰਿਹਾ। ਉਹ ਕਿਸੇ ਚੀਜ਼ ਦੀ ਵਰਤੋਂ ਨਹੀਂ ਕਰ ਰਿਹਾ ਹੱਸਣ ਦੇ ਲਈ, ਉਹਨੂੰ ਕੋਈ ਅਦਰ ਚੀਜ਼ ਦੀ ਕਿਸੇ ਦੀ ਉਹਨੂੰ ਲੋੜ ਨਹੀਂ ਪੈ ਰਹੀ। ਇਸੇ ਤਰ੍ਹਾਂ ਜਿਵੇਂ ਪੰਛੀ ਉੱਡਦਾ ਤਾਂ ਪੰਛੀ ਆਪਣੇ ਆਪ ਉੱਡ ਰਿਹਾ, ਕਿਸੇ ਚੀਜ਼ ਦੀ ਉਹਨੂੰ ਹੈਲਪ ਤਾਂ ਨਹੀਂ ਨਾ ਲੈਣੀ ਪੈ ਰਹੀ ਕਿ ਉਹ ਕਿਸੇ ਚੀਜ਼ ਨਾਲ ਉੱਡ ਰਿਹਾ। ਠੀਕ ਹੈ। ਸੋ ਇਹ ਨਿਸ਼ਾਨੀ ਹੁੰਦੀ ਹੈ ਅਕਰਮਕ ਕਿਰਿਆ ਦੀ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਇਹਦੇ ਵਿੱਚ ਕੋਈ ਕਰਮ ਨਹੀਂ ਹੁੰਦਾ। ਇਸੇ ਕਰਕੇ ਹੀ ਇਸਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ। ਦੂਸਰੀ ਪ੍ਰਕਾਰ ਦੀ ਕਿਸਮ ਹੈ ਸਕਰਮਕ ਕਿਰਿਆ। ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਭਾਵ ਜਿਸ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਅੱਗੇ ਕਰਮ ਤੱਕ ਪਹੁੰਚੇ, ਉਸਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਬੱਚੇ ਤਮਾਸ਼ਾ ਵੇਖਦੇ ਹਨ, ਅਧਿਆਪਕ ਜੀ ਅਖਬਾਰ ਪੜ੍ਹਦੇ ਹਨ। ਪਹਿਲੇ ਵਾਕ ਦੇ ਵਿੱਚ ਕਿਰਿਆ ਕੀ ਹੈ? ਵੇਖਦੇ ਹਨ। ਅਸੀਂ ਦੇਖਣਾ ਕਿ ਇਸ ਵਾਕ ਦੇ ਵਿੱਚ ਕੰਮ ਕੀ ਹੋ ਰਿਹਾ ਹੈ। ਕੰਮ ਕੀ ਹੋ ਰਿਹਾ? ਵੇਖਦੇ ਹਨ। ਬੱਚੇ ਤਮਾਸ਼ਾ ਵੇਖਦੇ ਹਨ। ਜੇ ਕੋਈ ਸਾਨੂੰ ਪੁੱਛੇ ਕਿ ਬੱਚੇ ਕੀ ਵੇਖਦੇ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਤਮਾਸ਼ਾ ਵੇਖਦੇ ਨੇ। ਦੂਸਰੇ ਵਾਕ ਦੇ ਵਿੱਚ ਅਧਿਆਪਕ ਜੀ ਅਖਬਾਰ ਪੜ੍ਹਦੇ ਹਨ ਤਾਂ ਇਹ ਪੁੱਛਿਆ ਜਾ ਸਕਦਾ ਕਿ ਅਧਿਆਪਕ ਜੀ ਕੀ ਪੜ੍ਹ ਰਹੇ ਨੇ, ਤਾਂ ਸਾਡਾ ਉੱਤਰ ਹੋਏਗਾ ਕਿ ਅਖਬਾਰ ਪੜ੍ਹ ਰਹੇ ਨੇ। ਤਾਂ ਇਹਦੇ ਵਿੱਚ ਤਮਾਸ਼ਾ, ਅਖਬਾਰ ਇਹ ਕੀ ਨੇ? ਇਹ ਕਰਮ ਹਨ। ਇਸੇ ਤਰ੍ਹਾਂ ਇੱਕ ਹੋਰ ਵਾਕ ਲੈ ਲੈਂਦੇ ਹਾਂ ਅਸੀਂ, ਜਿਵੇਂ ਮਾਤਾ ਜੀ ਰੋਟੀ ਪਕਾਉਂਦੇ ਹਨ। ਇਸ ਵਾਕ ਦੇ ਵਿੱਚ ਜੇਕਰ ਅਸੀਂ ਰੋਟੀ ਸ਼ਬਦ ਕੱਟ ਦਈਏ ਤਾਂ ਇਹ ਰਹਿ ਜਾਏਗਾ ਮਾਤਾ ਜੀ ਪਕਾਉਂਦੇ ਹਨ। ਇਹ ਇੱਕ ਅਧੂਰਾ ਵਾਕ ਹੈ। ਸਾਨੂੰ ਕੋਈ ਪੁੱਛੇਗਾ ਕਿ ਮਾਤਾ ਜੀ ਕੀ ਪਕਾਉਂਦੇ ਹਨ ਤਾਂ ਇਸ ਲਈ ਇਹਦੇ ਵਿੱਚ ਕਰਮ ਦਾ ਹੋਣਾ ਜ਼ਰੂਰੀ ਹੈ। ਸਾਡਾ ਜਵਾਬ ਹੋਏਗਾ ਕਿ ਮਾਤਾ ਜੀ ਰੋਟੀ ਪਕਾਉਂਦੇ ਹਨ।
ਉੱਪਰ ਵਾਲੇ ਵਾਕਾਂ ਨਾਲ ਅਸੀਂ ਇਸ ਦੀ ਤੁਲਨਾ ਕਰਦੇ ਹਾਂ। ਜਿਵੇਂ ਕਿ ਪਹਿਲੀ ਕਿਸਮ ਦੇ ਵਿੱਚ ਅਸੀਂ ਦੇਖਿਆ ਸੀ ਕਿ ਬਾਲ ਹੱਸਦਾ ਹੈ, ਪੰਛੀ ਉੱਡਦਾ ਹੈ। ਤੇ ਇਹ ਜਿਹੜੇ ਵਾਕ ਹੈਗੇ ਨੇ, ਜਿਵੇਂ ਬੱਚੇ ਤਮਾਸ਼ਾ ਵੇਖਦੇ ਹਨ, ਅਧਿਆਪਕ ਜੀ ਅਖਬਾਰ ਪੜ੍ਹਦੇ ਹਨ, ਤੁਸੀਂ ਇਹਨਾਂ ਦਾ ਕੰਪੈਰੀਜ਼ਨ ਕਰਕੇ ਦੇਖੋ, ਤੁਹਾਨੂੰ ਖੁਦ ਬ ਖੁਦ ਹੀ ਸਮਝ ਆ ਜਾਵੇਗੀ ਕਿ ਆਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਦੇ ਵਿੱਚ ਕੀ ਡਿਫਰੈਂਸ ਹੈ। ਇਹ ਪਹਿਲੀ ਪ੍ਰਕਾਰ ਦੀ ਵੰਡ ਸੀ। ਹੁਣ ਆਪਾਂ ਦੂਸਰੀ ਪ੍ਰਕਾਰ ਦੀ ਵੰਡ ਦੇਖ ਰਹੇ ਹਾਂ। ਪਹਿਲੀ ਕਿਸਮ ਹੈ ਸਧਾਰਨ ਕਿਰਿਆ। ਅਸੀਂ ਪੜ੍ਹਿਆ ਹੈ ਕਿ ਵਾਕ ਵਿੱਚ ਕਿਰਿਆ ਤੋਂ ਕਰਤਾ ਦਾ ਪਤਾ ਲੱਗਦਾ ਹੈ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸਨੂੰ ਕਰਨ ਵਾਲਾ ਕੋਈ ਵਿਅਕਤੀ ਆਪ ਹੀ ਹੈ, ਤਾਂ ਉਸ ਕਿਰਿਆ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਉਹ ਕਿਤਾਬ ਪੜ੍ਹਦਾ ਹੈ, ਇਸ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਕਿ ਉਹ ਜੋ ਵੀ ਹੈ ਉਹ ਕਿਤਾਬ ਖੁਦ ਪੜ੍ਹ ਰਿਹਾ ਹੈ, ਇਸ ਕਰਕੇ ਇਹ ਸਧਾਰਨ ਕਿਰਿਆ ਦੀ ਕਿਸਮ ਹੈ। ਦੂਜੀ ਕਿਸਮ ਜੋ ਹੈ ਉਹ ਪ੍ਰੇਰਨਾਰਥਕ ਕਿਰਿਆ ਹੈ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸਨੂੰ ਕਰਨ ਵਾਲਾ ਕਰਤਾ ਆਪ ਨਹੀਂ ਹੈ, ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾ ਰਹੀ ਹੈ, ਉਸ ਕਿਰਿਆ ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਸੁਰਿੰਦਰ ਕੌਰ ਦੇ ਪਤੀ ਉਸ ਤੋਂ ਹਰ ਰੋਜ਼ ਰਿਆਜ਼ ਕਰਵਾਉਂਦੇ ਸਨ, ਤਾਂ ਇੱਥੇ ਸ਼ਬਦ ਆ ਗਿਆ ਕਰਵਾਉਂਦੇ ਸਨ। ਕਰਵਾਉਂਦੇ ਦਾ ਮਤਲਬ ਸਾਨੂੰ ਪਤਾ ਲੱਗ ਰਿਹਾ ਕਿ ਉਹ ਕਿਰਿਆ ਆਪ ਨਹੀਂ ਕੀਤੀ ਜਾ ਰਹੀ, ਬਲਕਿ ਕਿਸੇ ਤੋਂ ਕਰਵਾਈ ਜਾ ਰਹੀ ਹੈ। ਇਸ ਨੂੰ ਅਸੀਂ ਪ੍ਰੇਰਨਾਰਥਕ ਕਿਰਿਆ ਆਖਦੇ ਹਾਂ। ਕਰਵਾਉਂਦੇ ਸ਼ਬਦ ਹੈ ਜੋ ਰਿਆਜ਼ ਕਰਵਾਉਂਦੇ, ਇਸ ਦੇ ਵਿੱਚ ਕਰਵਾਉਂਦੇ ਜੋ ਸ਼ਬਦ ਆਇਆ ਹੈ ਉਹ ਪ੍ਰੇਰਨਾਰਥਕ ਕਿਰਿਆ ਹੈ। ਤੀਜੀ ਕਿਸਮ ਹੈ ਇਸ ਦੇ ਵਿੱਚ ਦੂਹਰੀ ਪ੍ਰੇਰਨਾਰਥਕ ਕਿਰਿਆ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹਿ ਰਿਹਾ ਹੈ, ਉਸ ਕਿਰਿਆ ਨੂੰ ਦੂਹਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਉਦਾਹਰਣ ਵਜੋਂ ਇੱਕ ਵਾਕ ਬੋਲ ਰਹੀ ਹਾਂ ਮੈਂ, ਪਿਤਾ ਜੀ ਮੈਂ ਇੰਨੇ ਚੰਗੇ ਨੰਬਰਾਂ ਨਾਲ 9ਵੀਂ ਜਮਾਤ ਪਾਸ ਕਰ ਲਈ ਹੈ, ਹੁਣ ਮੇਰੇ ਲਈ ਦਰਜੀ ਕੋਲੋਂ ਨਵੀਂ ਵਰਦੀ ਸਿਲਵਾ ਦਿਓ। ਸਿਲਵਾ ਸ਼ਬਦ ਦੇਖੋ ਤੁਸੀਂ, ਇੱਥੇ ਹੈ ਤਾਂ ਇਹ ਕਿਰਿਆ, ਕਿਉਂਕਿ ਵਰਦੀ ਸੀਤੀ ਜਾ ਰਹੀ ਹੈ, ਕੋਈ ਕੰਮ ਹੋ ਰਿਹਾ, ਵਰਦੀ ਸਿਲਵਾ ਦਿਓ ਕਿਹਾ ਜਾ ਰਿਹਾ, ਤਾਂ ਪਿਤਾ ਜੀ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਅੱਗੋਂ ਕਿਸੇ ਤੀਜੇ ਵਿਅਕਤੀ ਤੋਂ ਮੇਰੀ ਵਰਦੀ ਨੂੰ ਸਿਲਵਾ ਦਿਓ। ਤਾਂ ਇਹ ਦੂਹਰੀ ਪ੍ਰੇਰਨਾਰਥਕ ਕਿਰਿਆ ਹੋ ਗਈ। ਪ੍ਰੇਰਨਾਰਥਕ ਕਿਰਿਆ ਨਾਲੋਂ ਇਸ ਦਾ ਕੀ ਫਰਕ ਹੈ? ਉਸ ਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਸੁਰਿੰਦਰ ਕੌਰ ਦਾ ਪਤੀ ਉਸ ਤੋਂ ਹਰ ਰੋਜ਼ ਰਿਆਜ਼ ਕਰਵਾਉਂਦਾ ਹੈ, ਮਤਲਬ ਦੋ ਵਿਅਕਤੀ ਨੇ, ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਕੋਈ ਕੰਮ ਕਰਨ ਦੇ ਲਈ ਕਹਿ ਰਿਹਾ ਹੈ, ਇਸ ਲਈ ਇਹ ਸਿਰਫ ਪ੍ਰੇਰਨਾਰਥਕ ਕਿਰਿਆ ਹੈ। ਜਿਹੜੀ ਦੂਹਰੀ ਪ੍ਰੇਰਨਾਰਥਕ ਕਿਰਿਆ ਉਹਦੇ ਵਿੱਚ ਇੱਕ ਵਿਅਕਤੀ ਦੂਜੇ ਨੂੰ ਕਹਿ ਕੇ ਤੀਜੇ ਤੋਂ ਕੰਮ ਕਰਵਾ ਰਿਹਾ ਹੈ, ਇਸ ਕਰਕੇ ਇਹ ਦੂਹਰੀ ਪ੍ਰੇਰਨਾਰਥਕ ਕਿਰਿਆ ਹੈ। ਬੱਚੋ ਇਹ ਧਿਆਨ ਰੱਖਣਾ ਤੁਸੀਂ ਕਿ ਤੁਹਾਨੂੰ ਕੋਈ ਸ਼ਬਦ ਦਿੱਤਾ ਜਾ ਸਕਦਾ ਐਗਜ਼ਾਮ ਦੇ ਵਿੱਚ, ਜਿਸ ਤਰ੍ਹਾਂ ਉਕਰਾਉਣਾ ਤੇ ਉਕਰਵਾਉਣਾ, ਇਹਨਾਂ ਸ਼ਬਦਾਂ ਦੇ ਵਿੱਚ ਇੱਕ ਵਾਵੇ ਦਾ ਫਰਕ ਹੈ ਸਿਰਫ, ਤੇ ਤੁਹਾਨੂੰ ਐਗਜ਼ਾਮੀਨਰ ਪੁੱਛ ਸਕਦਾ ਹੈ ਕਿ ਕਿਸ ਪ੍ਰਕਾਰ ਦੀ ਕਿਰਿਆ ਹੈ। ਆਪਸ਼ਨ ਦਿੱਤੀਆਂ ਜਾ ਸਕਦੀਆਂ ਨੇ, ਸਧਾਰਨ ਕਿਰਿਆ, ਪ੍ਰੇਰਨਾਰਥਕ ਅਤੇ ਦੂਹਰੀ ਪ੍ਰੇਰਨਾਰਥਕ ਕਿਰਿਆ, ਤੇ ਉਸ ਦੇ ਵਿੱਚੋਂ ਤੁਸੀਂ ਇੱਕ ਆਪਸ਼ਨ ਚੁਣਨੀ ਹੋਏਗੀ ਕਿ ਕਿਹੜੀ ਹੈ। ਜੇ ਤਾਂ ਆ ਗਿਆ, ਤਿੰਨ ਸ਼ਬਦ ਬੋਲ ਰਹੀ ਹਾਂ, ਲਿਖਣਾ, ਲਿਖਾਉਣਾ ਅਤੇ ਲਿਖਵਾਉਣਾ। ਜੇ ਤਾਂ ਲਿਖਣਾ ਆ ਗਿਆ ਤਾਂ ਇਹ ਸਧਾਰਨ ਸ਼ਬਦ ਹੈ, ਕਿਰਿਆ ਦਾ ਇੱਕ ਸਧਾਰਨ ਰੂਪ ਹੈ ਕਿ ਅਸੀਂ ਕੁਛ ਲਿਖ ਰਹੇ ਹਾਂ, ਕੋਈ ਕੰਮ ਕਰ ਰਹੇ ਹਾਂ, ਇਹ ਸਧਾਰਨ ਕਿਰਿਆ। ਦੂਸਰਾ ਹੈ ਲਿਖਾਉਣਾ, ਇਹ ਪ੍ਰੇਰਨਾਰਥਕ ਰੂਪ ਹੈ ਕਿ ਇੱਕ ਵਿਅਕਤੀ ਦੂਜੇ ਨੂੰ ਕਹਿ ਕੇ ਕੋਈ ਕੰਮ ਕਰਵਾ ਰਿਹਾ ਹੈ, ਇਸ ਦਾ ਮਤਲਬ ਇਹ ਕਿਰਿਆ ਦਾ ਕਿਹੜਾ ਰੂਪ ਹੈ? ਪ੍ਰੇਰਨਾਰਥਕ ਰੂਪ ਹੈ। ਜੇ ਲਿਖਵਾਉਣਾ ਆ ਗਿਆ, ਇਹ 'ਚ ਇੱਕ ਸਿਰਫ ਵਾਵੇ ਅੱਖਰ ਦਾ ਸ਼ਬਦ ਦਾ ਫਰਕ ਹੈ, ਪਰ ਇਹ ਕਿਹੜੀ ਕਿਰਿਆ ਹੈ? ਇਹ ਦੂਹਰੀ ਪ੍ਰੇਰਨਾਰਥਕ ਕਿਰਿਆ ਹੈ, ਕਿਉਂਕਿ ਇੱਕ ਵਿਅਕਤੀ ਦੂਜੇ ਨੂੰ ਕਹਿ ਕੇ ਤੀਜੇ ਤੋਂ ਕੰਮ ਕਰਵਾ ਰਿਹਾ, ਲਿਖਵਾਉਣਾ, ਇਸ ਕਰਕੇ ਇਹ ਦੂਹਰੀ ਪ੍ਰੇਰਨਾਰਥਕ ਕਿਰਿਆ ਹੈ। ਇਸ ਚੀਜ਼ ਦਾ ਤੁਸੀਂ ਐਗਜ਼ਾਮ ਦੇ ਵਿੱਚ ਸਪੈਸੀਫਿਕਲੀ ਧਿਆਨ ਰੱਖਣਾ, ਗਲਤੀ ਨਹੀਂ ਕਰਨੀ ਹੈਗੀ, ਬਹੁਤ ਸੋਚ ਸਮਝ ਕੇ ਤੁਸੀਂ ਆਪਸ਼ਨ ਤੇ ਟਿਕ ਲਗਾਉਣਾ। ਤੀਜੀ ਪ੍ਰਕਾਰ ਦੇ ਵੰਡ ਦੇ ਵਿੱਚ ਆ ਜਾਂਦੀ ਹੈ ਇਕਾਰੀ ਕਿਰਿਆ ਅਤੇ ਸੰਯੁਕਤ ਕਿਰਿਆ। ਇਹ ਤੀਸਰੀ ਪ੍ਰਕਾਰ ਦੀ ਵੰਡ ਹੈ। ਇਕਾਰੀ ਕਿਰਿਆ ਬਿਲਕੁਲ ਸਿੰਪਲ ਹੈ, ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਉਸਨੂੰ ਇਕਾਰੀ ਕਿਰਿਆ ਕਹਿੰਦੇ ਹਨ। ਜਿਵੇਂ ਤੂੰ ਕਿਤਾਬ ਪੜ੍ਹ, ਬਲਜੀਤ ਸੇਬ ਖਾ। ਇਹਨਾਂ ਵਾਕਾਂ ਵਿੱਚ ਪੜ੍ਹ ਅਤੇ ਖਾ ਇਹ ਕਿਰਿਆਵਾਂ ਹਨ ਅਤੇ ਇੱਕ ਹੀ ਸ਼ਬਦ ਤੋਂ ਬਣੀਆਂ ਹਨ, ਸੋ ਇਹ ਇਕਾਰੀਆਂ ਕਿਰਿਆਵਾਂ ਹਨ। ਵੈਰੀ ਸਿੰਪਲ। ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਏਗਾ। ਜਿਹੜੀ ਦੂਸਰੀ ਕਿਸਮ ਹੈ ਇਸ ਦੀ ਸੰਯੁਕਤ ਕਿਰਿਆ, ਜਦੋਂ ਕਿਸੇ ਕਿਰਿਆ ਦਾ ਰੂਪ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣੇ ਤਾਂ ਉਸਨੂੰ ਅਸੀਂ ਸੰਯੁਕਤ ਕਿਰਿਆ ਕਹਿੰਦੇ ਹਾਂ। ਜਿਵੇਂ ਮੈਂ ਹਰ ਰੋਜ਼ ਖੇਡਿਆ ਕਰਾਂਗਾ, ਇਹਦੇ ਵਿੱਚ ਕਿਰਿਆ ਸ਼ਬਦ ਕਿਹੜੇ ਕਿਹੜੇ ਨੇ? ਖੇਡਿਆ ਅਤੇ ਕਰਾਂਗਾ।
ਦੋ ਸ਼ਬਦ ਆ ਗਏ ਜਿਹੜੇ ਕਿਰਿਆ ਨੂੰ ਦਰਸਾ ਰਹੇ ਹੈ। ਇੱਕ ਤਾਂ ਖੇਡਿਆ, ਦੂਸਰਾ ਕਰਾਂਗਾ। ਜਿੱਥੇ ਕਿਰਿਆ ਨੂੰ ਦਰਸਾਉਣ ਵਾਲੇ ਸਾਡੇ ਕੋਲੇ ਦੋ ਸ਼ਬਦ ਆ ਗਏ, ਇੱਕ ਤੋਂ ਵਧੇਰੇ ਸ਼ਬਦ ਆ ਗਏ, ਤਾਂ ਉਹ ਕਿਰਿਆ ਸੰਯੁਕਤ ਕਿਰਿਆ ਹੋਵੇਗੀ। ਇੱਕ ਹੋਰ ਉਦਾਹਰਨ ਦੇ ਰਹੀ ਹਾਂ ਤੁਹਾਨੂੰ। ਅੰਦਰ ਆਉਣ ਤੋਂ ਪਹਿਲਾਂ ਤੂੰ ਘੰਟੀ ਵਜਾ ਦਿਆ ਕਰ। ਇਸ ਦੇ ਵਿੱਚ ਇੱਕ ਤੋਂ ਵਧੇਰੇ ਸ਼ਬਦ ਹੈ ਜੋ ਕਿਰਿਆ ਨੂੰ ਦਰਸਾ ਰਹੇ ਨੇ, ਕੰਮ ਹੋਣ ਨੂੰ ਦਰਸਾ ਰਹੇ ਨੇ। ਵਜਾ ਦਿਆ ਕਰ, ਕੀ? ਘੰਟੀ। ਘੰਟੀ ਵਜਾ ਦਿਆ ਕਰ। ਸਾਡੇ ਕੋਲ 4 ਸ਼ਬਦ ਹੋ ਗਏ ਨੇ ਜੋ ਕਿਰਿਆ ਨੂੰ ਦਰਸਾ ਰਹੇ ਨੇ। ਇਟ ਮੀਨਸ ਇਸ ਵਾਕ ਦੇ ਵਿੱਚ ਇੱਕ ਤੋਂ ਵਧੇਰੇ ਸ਼ਬਦ ਹੈ ਜੋ ਕਿਰਿਆ ਨੂੰ ਦਰਸਾ ਰਹੇ ਆ, ਕਿਰਿਆ ਨੂੰ ਇੰਡੀਕੇਟ ਕਰ ਰਹੇ ਆ। ਸੋ ਇਟ ਇਜ਼ ਕਿਹੜੀ ਕਿਰਿਆ ਇਹ? ਸੰਯੁਕਤ ਕਿਰਿਆ। ਚੌਥੀ ਪ੍ਰਕਾਰ ਦੀ ਵੰਡ ਹੈ, ਆਖਰੀ ਹੈ ਇਹ, ਮੂਲ ਕਿਰਿਆ ਤੇ ਸਹਾਇਕ ਕਿਰਿਆ। ਇਸ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਇਸ ਦੇ ਵਿੱਚ ਸਿਰਫ ਇੱਕ ਵਾਕ ਦਿੱਤਾ ਹੋਊਗਾ, ਇੱਕ ਵਾਕ ਦੇ ਵਿੱਚ ਹੀ ਸਾਨੂੰ ਦੋਨੇ ਪ੍ਰਕਾਰ ਦੀਆਂ ਕਿਰਿਆਵਾਂ ਦਾ ਬੋਧ ਹੋਊਗਾ। ਜਿਸ ਤਰ੍ਹਾਂ ਮਾਤਾ ਜੀ ਮੰਜੇ ਉੱਤੇ ਬੈਠੇ ਹਨ। ਬੈਠੇ ਤੇ ਹਨ ਦੋ ਸ਼ਬਦ ਹੈ ਜੋ ਸਾਨੂੰ ਕਿਰਿਆ ਬਾਰੇ ਦੱਸ ਰਹੇ ਹਨ, ਬੈਠੇ ਅਤੇ ਹਨ। ਜਿਹੜਾ ਸ਼ਬਦ ਹੈ ਬੈਠੇ, ਇਸ ਦੇ ਵਿੱਚ ਬੈਠੇ ਸ਼ਬਦ ਹੈ ਜੋ ਉਸਨੂੰ ਧਿਆਨ ਨਾਲ ਵੇਖੋ, ਇਹ ਮੂਲ ਕਿਰਿਆ ਹੈ। ਜਿਵੇਂ ਮਾਸਟਰ ਜੀ ਨੇ ਇਹ ਪਾਠ ਕੱਲ੍ਹ ਪੜ੍ਹਾਇਆ ਸੀ। ਪੜ੍ਹਾਇਆ ਇੱਕ ਕਿਰਿਆ, ਇਹ ਮੂਲ ਕਿਰਿਆ ਹੈ। ਹੁਣ ਤੁਹਾਨੂੰ ਸਹਾਇਕ ਕਿਰਿਆ ਬਾਰੇ ਦੱਸਦੀ ਹਾਂ। ਪਹਿਲੇ ਵਾਕ ਦੇ ਵਿੱਚ ਸੀ ਮਾਤਾ ਜੀ ਮੰਜੇ ਉੱਤੇ ਬੈਠੇ ਹਨ। ਬੈਠੇ ਕੀ ਸੀਗਾ? ਮੂਲ ਕਿਰਿਆ, ਅਤੇ ਹਨ ਸ਼ਬਦ ਜੋ ਹੈ ਉਹ ਸਹਾਇਕ ਕਿਰਿਆ ਹੈ। ਕਿਉਂ? ਕਿਉਂਕਿ ਇਹ ਸਾਨੂੰ ਕਿਰਿਆ ਦੇ ਕਾਲ ਬਾਰੇ ਦੱਸ ਰਿਹਾ ਕਿ ਕਿਰਿਆ ਹੈ ਜੋ ਉਹ ਪ੍ਰੈਜ਼ੈਂਟ ਵਰਤਮਾਨ ਦੇ ਵਿੱਚ ਹੋ ਰਹੀ ਹੈ ਜਾਂ ਭੂਤਕਾਲ ਦੇ ਵਿੱਚ ਕਿਰਿਆ ਹੋ ਚੁੱਕੀ ਹੈ। ਇਹਨਾਂ ਸ਼ਬਦਾਂ ਦਾ ਬੋਧ ਸਾਨੂੰ ਕਿਸ ਤੋਂ ਹੁੰਦਾ ਹੈ ਤੇ ਸੀ। ਪਹਿਲਾ ਵਾਕ ਹੈ ਜੋ ਉਹ ਪ੍ਰੈਜ਼ੈਂਟ ਹੈ, ਮਾਤਾ ਜੀ ਮੰਜੇ ਉੱਤੇ ਬੈਠੇ ਹਨ, ਵਰਤਮਾਨ ਹੈ। ਬੈਠੇ ਜੋ ਹੈ ਉਹ ਮੂਲ ਕਿਰਿਆ ਹੈ ਅਤੇ ਹਨ ਇਸ ਦੀ ਸਹਾਇਕ ਕਿਰਿਆ ਹੈ। ਜਿਹੜਾ ਦੂਜਾ ਵਾਕ ਹੈ ਮਾਸਟਰ ਜੀ ਨੇ ਇਹ ਪਾਠ ਕੱਲ੍ਹ ਪੜ੍ਹਾਇਆ ਸੀ। ਪੜ੍ਹਾਇਆ ਅਤੇ ਸੀ ਤੇ ਫੋਕਸ ਕਰੋ ਆਪਣੇ ਆਪ ਨੂੰ। ਪੜ੍ਹਾਇਆ ਸੀ। ਪੜ੍ਹਾਇਆ ਜੋ ਹੈ ਇਸ ਦੇ ਵਿੱਚ ਸ਼ਬਦ ਆਇਆ ਪੜ੍ਹਾਇਆ, ਇਹ ਵੀ ਕਿਰਿਆ ਨੂੰ ਦਰਸਾ ਰਿਹਾ, ਪਰੰਤੂ ਇਹ ਮੂਲ ਕਿਰਿਆ ਹੈ ਕਿਉਂਕਿ ਮੇਨ ਕੰਮ ਹੈ ਜੋ ਮੁੱਖ ਕਿਰਿਆ ਉਹ ਪੜ੍ਹਾਇਆ ਹੀ ਹੈ। ਤੇ ਜੋ ਸੀ ਸ਼ਬਦ ਆ ਰਿਹਾ ਇਹਦੇ ਵਿੱਚ, ਇਹ ਸਹਾਇਕ ਕਿਰਿਆ ਹੈ ਕਿਉਂਕਿ ਸੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜੋ ਕੰਮ ਹੈ ਇਹ ਭੂਤਕਾਲ ਦੇ ਵਿੱਚ ਹੋ ਚੁੱਕਿਆ। ਸਾਨੂੰ ਕਿਰਿਆ ਦੇ ਕਾਲ ਬਾਰੇ ਪਤਾ ਲੱਗ ਰਿਹਾ ਕਿ ਜੋ ਕਿਰਿਆ ਹੋਈ ਸੀ ਉਹ ਭੂਤਕਾਲ ਦੇ ਵਿੱਚ ਹੋਈ ਸੀ ਕਿ ਮਾਸਟਰ ਜੀ ਨੇ ਇਹ ਪਾਠ ਕੱਲ੍ਹ ਪੜ੍ਹਾਇਆ ਸੀ। ਇੱਕੋ ਹੀ ਵਾਕ ਹੈ, ਕਿਰਿਆਵਾਂ ਦੋ ਨੇ। ਤੁਸੀਂ ਇਹ ਦੇਖਣਾ ਕਿ ਕਿਹੜੀ ਮੂਲ ਕਿਰਿਆ, ਕਿਹੜੀ ਸਹਾਇਕ ਕਿਰਿਆ। 2-4 ਵਾਕ ਲਵੋ ਤੇ ਉਹਨਾਂ ਤੇ ਪ੍ਰੈਕਟਿਸ ਕਰੋ, ਉਹਨਾਂ ਦੇ ਵਿੱਚੋਂ ਕਿਰਿਆਵਾਂ ਨੂੰ ਛਾਂਟੋ, ਦੇਖੋ ਕਿ ਕਿਹੜੀ ਮੂਲ ਕਿਰਿਆ ਹੈ, ਕਿਹੜੀ ਸਹਾਇਕ ਕਿਰਿਆ ਹੈ। 10 ਕੁ ਵਾਕਾਂ ਦੀ ਤੁਸੀਂ ਪ੍ਰੈਕਟਿਸ ਕਰੋਗੇ ਤੁਹਾਨੂੰ ਈਜ਼ੀਲੀ ਸਮਝ ਆ ਜਾਵੇਗਾ। ਬਾਕੀ ਤੁਸੀਂ ਇਹਨਾਂ ਦੇ ਨਾਲ ਦੀ ਨਾਲ ਨੋਟਸ ਵੀ ਤਿਆਰ ਕਰਦੇ ਰਹੋ ਤਾਂ ਕਿ ਰਿਵੀਜ਼ਨ ਵੇਲੇ ਤੁਹਾਨੂੰ ਈਜ਼ੀ ਰਹੇ। ਅੱਗੇ ਜੋ ਤੁਸੀਂ ਪੁਆਇੰਟ ਟੂ ਬੀ ਰਿਮੈਂਬਰ, ਇੱਕ ਗੱਲ ਇਹਦੇ ਵਿੱਚ ਕੀ ਯਾਦ ਰੱਖਣੀ ਹੈ, ਕਨਫਿਊਜ਼ ਨਹੀਂ ਹੋਣਾ ਇਸ ਮਾਮਲੇ ਦੇ ਵਿੱਚ। ਜਿਸ ਤਰ੍ਹਾਂ ਇੱਕ ਵਾਕ ਬੋਲ ਰਹੀ ਹਾਂ ਮੈਂ ਤੁਹਾਨੂੰ, ਇਹ ਮੇਰੀ ਭੈਣ ਹੈ। ਦੂਸਰਾ ਵਾਕ ਹੈ ਕੁਲਵਿੰਦਰ ਨੇ ਕਿਤਾਬ ਪੜ੍ਹੀ। ਹੁਣ ਇਸ ਦੇ ਵਿੱਚ ਇੱਕ ਸ਼ਬਦ ਆਇਆ ਸਾਡੇ ਕੋਲੇ, ਲਾਸਟ ਵਾਲਾ ਜੋ ਵਾਕ ਬੋਲਿਆ ਉਸ ਦੇ ਵਿੱਚ ਸ਼ਬਦ ਆਇਆ ਪੜ੍ਹੀ। ਹੁਣ ਅਸੀਂ ਜੋ ਉੱਪਰ ਵਾਕ ਦੇਖਿਆ ਸੀ, ਮਾਸਟਰ ਜੀ ਨੇ ਇਹ ਪਾਠ ਕੱਲ੍ਹ ਪੜ੍ਹਾਇਆ ਸੀ। ਪੜ੍ਹਾਇਆ ਤੇ ਸੀ, ਸਾਡੇ ਕੋਲ ਦੋ ਸ਼ਬਦ ਸਨ, ਪਰੰਤੂ ਇਸ ਵਾਕ ਦੇ ਵਿੱਚ ਇੱਕੋ ਹੀ ਸ਼ਬਦ ਹੈ, ਉਹ ਹੈ ਪੜ੍ਹੀ। ਤਾਂ ਉੱਪਰ ਵਾਲੇ ਵਾਕ ਨਾਲੋਂ ਇਸ ਦਾ ਕੀ ਡਿਫਰੈਂਸ ਹੋਇਆ ਕਿ ਸਾਨੂੰ ਇਹ ਕਿਰਿਆ ਦੇ ਹੋਣ ਦਾ ਜਿਹੜਾ ਬੋਧ ਹੈ ਕਿ ਉਸਨੇ ਕਿਤਾਬ ਪੜ੍ਹੀ, ਮਤਲਬ ਕਿਤਾਬ ਪੜ੍ਹ ਚੁੱਕਿਆ, ਉਸਨੇ ਪੜ੍ਹੀ ਸੀ। ਤਾਂ ਸਾਨੂੰ ਹੈ ਜਾਂ ਸੀ ਵਰਗਾ ਕੋਈ ਇਹਦੇ ਵਿੱਚ ਅਲੱਗ ਤੋਂ ਸ਼ਬਦ ਲਗਾਉਣ ਦੀ ਜ਼ਰੂਰਤ ਨਹੀਂ ਪਈ। ਤਾਂ ਸਾਨੂੰ ਪੜ੍ਹੀ ਸ਼ਬਦ ਤੋਂ ਹੀ ਬੋਧ ਹੋ ਰਿਹਾ ਹੈ ਵੀ ਇਹ ਕਿਰਿਆ ਹੈ ਜੋ ਇਹ ਕਿਸ ਸਮੇਂ ਦੇ ਵਿੱਚ ਹੋਈ ਸੀ। ਸਹਾਇਕ ਕਿਰਿਆ ਬਾਰੇ ਸਾਨੂੰ ਆਸਾਨੀ ਨਾਲ ਪਤਾ ਲੱਗ ਰਿਹਾ। ਕਹਿਣ ਦਾ ਮਤਲਬ ਸਾਨੂੰ 2 ਜਾਂ 3 ਸ਼ਬਦਾਂ ਤੋਂ ਵੀ ਬੋਧ ਹੋ ਸਕਦਾ ਹੈ ਅਤੇ ਸਿੰਗਲ ਸ਼ਬਦ ਤੋਂ ਵੀ ਇਸ ਚੀਜ਼ ਦਾ ਸਾਨੂੰ ਬੋਧ ਹੋ ਸਕਦਾ ਹੈ ਕਿ ਕਿਰਿਆ ਜਿਹੜੀ ਉਹ ਸਹਾਇਕ ਕਿਰਿਆ ਕਿਸ ਤਰ੍ਹਾਂ ਦੀ ਹੈ। ਅੱਗੇ ਅਸੀਂ ਦੇਖਾਂਗੇ ਵਾਚ। ਵਾਚ ਕੀ ਹੁੰਦਾ? ਦੇਖੋ, ਕਿਰਿਆ ਦਾ ਉਹ ਰੂਪ ਜਿਸ ਤੋਂ ਪਤਾ ਲੱਗੇ ਕਿ ਵਾਕ ਵਿੱਚ ਕੌਣ ਪ੍ਰਧਾਨ ਹੈ। ਕੋਈ ਵਾਕ ਬੋਲਦਿਆਂ ਸੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਦੇ ਵਿੱਚ ਕੌਣ ਪ੍ਰਮੁੱਖਤਾ ਕਿਸ ਦੀ ਹੈ, ਕੌਣ ਪ੍ਰਧਾਨ ਹੈ, ਕਰਤਾ ਪ੍ਰਧਾਨ ਹੈ ਜਾਂ ਕਰਮ ਜਾਂ ਕੋਈ ਭਾਵ ਉਸ ਦੇ ਵਿੱਚ ਪ੍ਰਧਾਨ ਹੈ। ਤੁਹਾਨੂੰ ਵਾਕ ਬੋਲ ਕੇ ਦੱਸਦੀ ਹਾਂ, ਤੁਸੀਂ ਖੁਦ ਬ ਖੁਦ ਅੰਦਾਜ਼ਾ ਲਾ ਸਕਦੇ ਹੋ। ਜਿਸ ਤਰ੍ਹਾਂ ਸਾਡੇ ਸਕੂਲ ਨੇ ਮੈਚ ਜਿੱਤਿਆ, ਸਾਡਾ ਸਕੂਲ ਸ਼ਬਦ ਆ ਰਿਹਾ ਇਹਦੇ ਵਿੱਚ, ਸਾਡੇ ਸਕੂਲ ਨੇ ਮੈਚ ਜਿੱਤਿਆ।
ਇਹਦੇ ਵਿੱਚ ਸਾਡਾ ਸਕੂਲ ਕੀ ਹੈ? ਕਿਰਿਆ ਦਾ ਕਰਤਾ ਹੈ। ਕਿਰਿਆ ਦਾ ਕਰਤਾ ਹੈ। ਕਰਤਾ ਦਾ ਮਤਲਬ ਹੁੰਦਾ ਕਿਰਿਆ ਨੂੰ ਕਰਨ ਵਾਲਾ, ਕਿ ਕਿਰਿਆ ਨੂੰ ਕਰ ਕੌਣ ਰਿਹਾ ਹੈ, ਉਸਨੂੰ ਅਸੀਂ ਕਰਤਾ ਕਹਿੰਦੇ ਹਾਂ। ਸਾਡੇ ਸਕੂਲ ਨੇ ਮੈਚ ਜਿੱਤਿਆ, ਮਾਤਾ ਜੀ ਨੇ ਰੋਟੀ ਪਕਾਈ। ਇਸ ਦੇ ਵਿੱਚ ਮਾਤਾ ਜੀ ਕਰਤਾ ਹੈ ਤੇ ਇਸ ਵਾਕ ਦੇ ਵਿੱਚ ਕਰਤਾ ਦੀ ਹੀ ਪ੍ਰਧਾਨਤਾ ਹੈ। ਕਰਤਾ ਪ੍ਰਧਾਨ ਹੈ ਇਸ ਵਿੱਚ। ਮਾਤਾ ਜੀ ਨੇ ਰੋਟੀ ਪਕਾਈ। ਦੂਸਰੇ ਪ੍ਰਕਾਰ ਦੇ ਜਿਹੜੇ ਵਾਕ ਹੁੰਦੇ ਨੇ, ਜਿਸ ਤਰ੍ਹਾਂ ਦੁੱਧ ਡੁੱਲ ਗਿਆ, ਇਸ ਵਾਕ ਦੇ ਵਿੱਚ ਕਰਮ ਪ੍ਰਧਾਨ ਹੈ। ਕਰਮ ਕੀ ਚੀਜ਼ ਹੈ? ਦੁੱਧ। ਦੂਜਾ ਵਾਕ ਹੈ ਮੈਚ ਜਿੱਤ ਲਿਆ ਗਿਆ। ਇਸ ਦੇ ਵਿੱਚ ਮੈਚ ਦੀ ਪ੍ਰਧਾਨਤਾ ਹੈ ਕਿ ਕਿਸ ਨੂੰ ਜਿੱਤ ਲਿਆ ਗਿਆ, ਕੀ ਚੀਜ਼ ਜਿੱਤ ਲਈ ਗਈ? ਮੈਚ। ਮੈਚ ਜਿੱਤ ਲਿਆ ਗਿਆ। ਮੈਚ ਇਹਦੇ ਵਿੱਚ ਕਰਮ ਹੈ। ਪਹਿਲੇ ਦੇ ਵਿੱਚ ਦੁੱਧ ਡੁੱਲ ਗਿਆ, ਦੁੱਧ ਇਸ ਦੇ ਵਿੱਚ ਕਰਮ ਹੈ। ਜਿਹੜੀ ਚੀਜ਼ ਤੇ ਕੰਮ ਹੋ ਰਿਹਾ ਉਹ ਕਰਮ ਹੁੰਦਾ। ਇਨ ਬਰੀਫ, ਸੰਖੇਪ ਦੇ ਵਿੱਚ ਤੁਹਾਨੂੰ ਦੱਸ ਰਹੀ ਹੈਗੀ ਹੈ ਕਿ ਜਿਸ ਚੀਜ਼ ਦੇ ਉੱਪਰ ਕੰਮ ਹੋ ਰਿਹਾ ਉਹ ਕਰਮ ਹੈ, ਤੇ ਜੋ ਵਿਅਕਤੀ ਉਸ ਕਿਰਿਆ ਨੂੰ ਕਰ ਰਿਹਾ ਹੈ ਉਹ ਕਰਤਾ ਹੈ। ਸਮਝ ਆਈ ਨਾ? ਜੋ ਵਿਅਕਤੀ ਕਿਰਿਆ ਨੂੰ ਕਰ ਰਿਹਾ ਹੈ ਉਹ ਕਰਤਾ ਹੈ, ਅਤੇ ਜਿਸ ਚੀਜ਼ ਦੇ ਉੱਪਰ ਕੰਮ ਹੋ ਰਿਹਾ ਹੈ ਉਹ ਕਰਮ ਹੈ। ਇਹ ਚੀਜ਼ ਤੁਸੀਂ ਦਿਮਾਗ ਦੇ ਵਿੱਚ ਰੱਖਣੀ ਹੈ। ਤਾਂ ਪਹਿਲੇ ਜਿਹੜੇ ਵਾਕ ਸੀਗੇ, ਸਾਡੇ ਸਕੂਲ ਨੇ ਮੈਚ ਜਿੱਤਿਆ, ਇਸ ਦੇ ਵਿੱਚ ਕਰਤਾ ਪ੍ਰਧਾਨ ਸੀ, ਅਤੇ ਦੂਸਰੇ ਵਾਕ ਦੁੱਧ ਡੁੱਲ ਗਿਆ, ਮੈਚ ਜਿੱਤ ਲਿਆ ਗਿਆ, ਇਹਨਾਂ ਦੇ ਵਿੱਚ ਕਰਮ ਦੀ ਪ੍ਰਧਾਨਤਾ ਸੀ। ਕਰਤਾ ਕੋਈ ਇਹਦੇ ਵਿੱਚ ਹੈ ਹੀ ਨਹੀਂ ਸੀ। ਜਿਸ ਤਰ੍ਹਾਂ ਦੁੱਧ ਡੁੱਲ ਗਿਆ, ਕਿਸ ਨੇ ਡੋਲਿਆ? ਸਾਨੂੰ ਨਹੀਂ ਪਤਾ। ਸਾਨੂੰ ਨਹੀਂ ਪਤਾ ਨਾ ਕਿ ਦੁੱਧ ਕਿਸ ਨੇ ਡੋਲਿਆ ਹੈ, ਇਸ ਲਈ ਇਹਦੇ ਵਿੱਚ ਕਰਤਾ ਕੌਣ ਹੈ ਸਾਨੂੰ ਨਹੀਂ ਪਤਾ, ਸਿਰਫ ਕਰਮ ਦੀ ਪ੍ਰਧਾਨਤਾ ਹੈ। ਦੂਜਾ ਵਾਕ ਮੈਚ ਜਿੱਤ ਲਿਆ ਗਿਆ, ਕਿਸ ਨੇ ਜਿੱਤਿਆ? ਸਾਨੂੰ ਕੋਈ ਜਾਣਕਾਰੀ ਨਹੀਂ। ਇਸ ਕਰਕੇ ਇਹਦੇ ਵਿੱਚ ਕਰਤਾ ਹੈ ਜੋ ਉਹ ਗਾਇਬ ਹੈ, ਸਿਰਫ ਕਰਮ ਹੈ, ਤੇ ਕਰਮ ਦੀ ਹੀ ਪ੍ਰਧਾਨਤਾ ਹੈ ਇਸ ਵਾਕ ਦੇ ਉੱਪਰ। ਤੀਜੀ ਪ੍ਰਕਾਰ ਦੇ ਵਾਕ ਹੁੰਦੇ ਆ ਜੋ ਭੁੱਖੇ ਢਿੱਡ ਹੱਸਿਆ ਨਹੀਂ ਜਾਂਦਾ। ਇਸ ਦੇ ਵਿੱਚ ਸਿਰਫ ਭਾਵ ਦੀ ਪ੍ਰਧਾਨਤਾ ਹੈ। ਨਾ ਇਹਦੇ ਵਿੱਚ ਕਰਤਾ ਹੈ, ਨਾ ਇਹਦੇ ਵਿੱਚ ਕਰਮ ਹੈ। ਇਸ ਦੇ ਵਿੱਚ ਦੋਨੋਂ ਗਾਇਬ ਨੇ। ਸਿਰਫ ਕੌਣ ਪ੍ਰਧਾਨ ਹੈ ਇਸ ਵਾਕ ਦੇ ਵਿੱਚ? ਭਾਵ। ਖਾਲੀ ਹੱਥ ਲੜਿਆ ਨਹੀਂ ਜਾਂਦਾ। ਇਸ ਦੇ ਵਿੱਚ ਵੀ ਭਾਵ ਦੀ ਪ੍ਰਧਾਨਤਾ ਹੈ। ਨਾ ਇਸ ਦੇ ਵਿੱਚ ਕੋਈ ਕਰਮ ਹੈ, ਨਾ ਇਸ ਦੇ ਵਿੱਚ ਕੋਈ ਕਰਤਾ ਹੈ। ਆਈ ਹੋਪ ਕਿ ਤੁਹਾਨੂੰ ਕਰਤਾ ਤੇ ਕਰਮ ਬਾਰੇ ਸਮਝ ਲੱਗ ਗਈ ਹੋਵੇਗੀ। ਆਈ ਰਿਪੀਟ ਵਨਸ ਅਗੇਨ, ਇੱਕ ਵਾਰ ਫੇਰ ਦੁਹਰਾ ਦਿੰਦੀ ਹਾਂ। ਜੋ ਕਿਰਿਆ ਨੂੰ ਕਰਨ ਵਾਲਾ ਹੁੰਦਾ ਹੈ ਉਹ ਕਰਤਾ ਹੁੰਦਾ ਹੈ। ਜਿਸ ਚੀਜ਼ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਉਸਨੂੰ ਕਰਮ ਕਿਹਾ ਜਾਂਦਾ ਹੈ। ਤੇ ਇਹਨਾਂ ਵਾਕਾਂ ਦੇ ਵਿੱਚ ਨਾ ਹੀ ਕੋਈ ਕਰਤਾ ਹੈ, ਨਾ ਹੀ ਕੋਈ ਕਰਮ ਹੈ, ਸਿਰਫ ਭਾਵ ਦੀ ਪ੍ਰਧਾਨਤਾ ਹੈ। ਇਸ ਲਈ ਇਹਨਾਂ ਤੀਜੀ ਪ੍ਰਕਾਰ ਦੇ ਵਾਕਾਂ ਨੂੰ ਭਾਵ ਪ੍ਰਧਾਨ ਵਾਕ ਕਿਹਾ ਜਾਂਦਾ ਹੈ। ਇਸ ਪ੍ਰਕਾਰ ਬੱਚਿਓ ਵਾਚ ਕਿੰਨੀ ਤਰ੍ਹਾਂ ਦੇ ਹੋ ਗਏ? ਵਾਚ, ਕਰਤਰੀਵਾਚ, ਕਰਮਣੀ ਵਾਚ ਅਤੇ ਭਾਵ ਵਾਚ। ਤਾਂ ਇਹ ਤਾਂ ਅਸੀਂ ਕਿਰਿਆ ਦੀ ਅਸੀਂ 4 ਪ੍ਰਕਾਰ ਦੀ ਡਿਵੀਜ਼ਨ ਦੇਖੀ ਹੈ। ਪਹਿਲੀ ਪ੍ਰਕਾਰ ਦੇ ਵਿੱਚ ਆ ਗਈ ਹੈ ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਦੂਸਰੀ ਪ੍ਰਕਾਰ ਦੀ ਵੰਡ ਦੇ ਵਿੱਚ ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਅਤੇ ਦੂਰੀ ਪ੍ਰੇਰਨਾਰਥਕ ਕਿਰਿਆ। ਤੀਜੀ ਪ੍ਰਕਾਰ ਦੀ ਵੰਡ ਦੇ ਵਿੱਚ ਅਸੀਂ ਦੇਖਿਆ ਇਕਹਿਰੀ ਕਿਰਿਆ, ਸੰਯੁਕਤ ਕਿਰਿਆ, ਅਤੇ ਚੌਥੀ ਪ੍ਰਕਾਰ ਦੀ ਵੰਡ ਦੇ ਵਿੱਚ ਅਸੀਂ ਦੇਖਿਆ ਮੂਲ ਕਿਰਿਆ ਅਤੇ ਸਹਾਇਕ ਕਿਰਿਆ। ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਦੁਬਾਰਾ ਵੀਡੀਓ ਦੇਖ ਸਕਦੇ ਹੋ, ਅਤੇ ਨਾਲ ਦੀ ਨਾਲ ਇਹਨਾਂ ਦੇ ਇਸ ਚੀਜ਼ ਦੇ ਤੁਸੀਂ ਨੋਟਸ ਜ਼ਰੂਰ ਬਣਾਉਣੇ ਹਨ ਤਾਂ ਕਿ ਰਿਵੀਜ਼ਨ ਵੇਲੇ ਤੁਹਾਨੂੰ ਕੋਈ ਦਿੱਕਤ ਨਾ ਆਵੇ। ਜੇਕਰ ਤੁਸੀਂ ਵਿਸ਼ੇਸ਼ਣ ਵਾਲੀ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਉਸਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਕੱਲ੍ਹ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਵੇਖਾਂਗੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਗੁੱਡ ਬਾਏ।